ਆਪਾਂ ਕਹਿ ਸਕਦੇ ਆਪਾਂ ਬੋਲਦੇ ਹਾਂ, ਸਾਹਮਣੇ ਵਾਲਾ ਸਮਝਦਾ ਏ, ਭਾਸ਼ਾਵਾਂ ਏ, ਇਹ ਗਿਆਨ ਕਿਵੇਂ ਪੈਦਾ ਹੋਊਗਾ ਆਪਣੇ ਅੰਦਰ? ਸਭ ਕੁਛ ਸਮਝਣ ਨਾਲ। ਜਿੱਥੇ ਆਪਣੇ ਸਵਾਲ ਮੁੱਕ ਜਾਣ, ਕੀ ਜੋ એનર્ਜੀ ਇੱਕ ਹੋ ਜਾਵੇ, એનર્ਜੀ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈਗਾ, ਪ੍ਰਕਾਸ਼ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈਗਾ, ਤਾਂ ਫਿਰ ਸਾਨੂੰ ਕੀ ਨਹੀਂ ਪਤਾ ਲੱਗ ਸਕਦਾ? ਕਿਉਂ ਆਪਾਂ ਲਿਮਟਾਂ ਬਣਾ? ਇਹ ਵੀ ਇੱਕ ਭਰਾਵਾਂ, ਪੇਨ ਹੋਣਾ ਵੀ ਇੱਕ ਭਰਾਵਾਂ, ਗਰਮ ਠੰਡਾ ਲੱਗਣਾ ਵੀ ਇੱਕ ਭਰਾਵਾਂ। ਕਿਵੇਂ? ਫੋਰ ਐਗਜ਼ਾਮਪਲ, ਇੱਕ ਹੱਥ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਆ ਨੈਕਸਟ ਲੈਵਲ ਪੰਜਾਬੀ YouTube। ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਪੰਗੂ। ਤਾਂ ਕਦੇ ਤੁਸੀਂ ਇਸ ਗੱਲ ਨੂੰ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਦੇ ਸੋਚਿਆ ਹੈ ਵੀ ਮਾਡਰਨ ਸਾਇੰਸ ਵੱਧ ਤੋਂ ਵੱਧ ਕਿੰਨੀ ਤਰੱਕੀ ਕਰ ਸਕਦਾ? ਕੀ ਐਂਡ ਹੋਊਗਾ ਸਾਇੰਸ ਦਾ? ਮੇ ਵੀ ਸਾਨੂੰ ਕੁਛ ਖਾਣ ਦੀ ਜ਼ਰੂਰਤ ਨਾ ਰਵੇ, ਬਸ ਸਿਰਫ ਸੋਚੀਏ ਤੇ ਉਹ ਚੀਜ਼ ਦੀ ਪੂਰਤੀ ਹੋ ਜਾਵੇ। ਕਿਤੇ ਆਉਣ ਜਾਣ ਦੀ ਸਾਨੂੰ ਜ਼ਰੂਰਤ ਹੀ ਨਾ ਰਵੇ, ਬਸ ਇੱਕ ਸੈਕਿੰਡ ਦੇ ਵਿੱਚ, ਜਾਂ ਬਸ ਇੱਥੋਂ ਬਟਨ ਦੱਬਿਆ ਉੱਥੇ ਜਾ ਕੇ ਪ੍ਰਗਟ ਹੋ ਗਏ। ਹੋਰ ਕੀ ਹੋ ਸਕਦਾ ਹੈਗਾ? ਹੋਰ ਕਿੰਨੀ ਕੁ ਤਰੱਕੀ ਹੋ ਸਕਦੀ ਸਾਇੰਸ ਦੀ? ਪਰ ਕੀ ਕਦੇ ਸਾਇੰਸ ਇਹ ਲੱਭ ਸਕੂਗੀ ਸਾਡਾ ਯੂਨੀਵਰਸ ਕਿੰਨਾ ਵੱਡਾ ਹੈ? ਚਲੋ ਮੰਨਿਆ ਸਾਇੰਸ ਪ੍ਰਕਾਸ਼ ਦੀ ਗਤੀ ਨਾਲ ਜਾਂ ਉਸ ਤੋਂ ਵੀ ਕਿਤੇ ਜ਼ਿਆਦਾ ਤੇਜ਼ੀ ਨਾਲ ਟਰੈਵਲ ਕਰਨ ਦੇ ਵਿੱਚ ਸક્ષਮ ਹੋ ਜਾਊਗੀ। ਇਮੈਜਿਨ ਕਰਦੇ ਹਾਂ, ਪਰ ਪੋਸੀਬਲ ਨਹੀਂ ਲੱਗਦਾ ਕਿ ਫਿਰ ਵੀ ਅਸੀਂ ਪੁਲਾੜ ਨੂੰ ਜਾਣ ਸਕਾਂਗੇ, ਸਾਰੇ ਖਾਲੀ ਸਪੇਸ ਨੂੰ। ਇੰਪੋਸੀਬਲ। ਕਦੇ ਗੌਰ ਨਾਲ ਸੋਚੋ, ਹੁਣ ਆਪਾਂ ਨੂੰ ਕਿੰਨਾ ਚੰਗਾ ਲੱਗਦਾ ਹੈ ਆਪਣੇ ਆਪ ਨੂੰ ਜਾਣਦੇ ਹਾਂ। ਮੇਰੀ ਬੋਡੀ ਦਾ ਇਹ ਨਾਂ ਹੈ, ਇਹ ਪਿੰਡਾਂ ਦੇ ਨਾਂ ਹੈ, ਦੇਸ਼ ਦੇ ਨਾਂ ਹੈ, ਇਸ ਗ੍ਰਹਿ ਦਾ ਨਾਂ ਹੈ। ਸਾਨੂੰ ਲੱਗਦਾ ਕਿ ਇਹ ਆਕਸੀਜਨ ਨਾ ਧਰਿਆ ਹੋਇਆ ਨਾ। ਫੋਰ ਐਗਜ਼ਾਮਪਲ, ਇਹ ਸਮਝੋ ਆਪਣੀ ਸਕਿਨ ਦੇ ਉੱਪਰ ਬਹੁਤ ਛੋਟੇ ਬੈਕਟੀਰੀਆ ਹੁੰਦੇ ਆ। ਬਿਲੀਅਨ ਟ੍ਰਿਲੀਅਨ ਦੇ ਹਿਸਾਬ ਨਾਲ ਸਾਡੀ ਸਕਿਨ ਦੇ ਉੱਤੇ ਨਿੱਕੇ ਬੈਕਟੀਰੀਆ ਰਹਿੰਦੇ ਆ। ਉਹਨਾਂ ਦੀ ਲਾਈਫ ਆ ਆਪਣੀ ਸਕਿਨ ਦੇ ਉੱਤੇ, ਠੀਕ ਹੈ। ਉਹ ਪੈਦਾ ਹੁੰਦੇ ਆ, ਉਹ ਜਵਾਨ ਹੁੰਦੇ ਆ, ਉਹ ਮਰ ਜਾਂਦੇ ਆ। ਆਪਣੇ ਸਰੀਰ ਦੇ ਅੰਦਰ ਵੀ ਬਹੁਤ ਬੈਕਟੀਰੀਆ ਹੁੰਦੇ ਆ, ਉਹਨਾਂ ਦੀ ਇੱਕ ਲਾਈਫ ਹੁੰਦੀ ਹੈ। ਤਾਂ ਇੱਦਾਂ ਨਹੀਂ ਲੱਗਦਾ ਬਈ ਆਪਾਂ ਵੀ ਕਿਸੇ ਬਹੁਤ ਵੱਡੇ ਜੀਵ ਦੇ ਇੱਕ ਬੈਕਟੀਰੀਆ ਹੋਈਏ? ਇਹ ਸਾਰਾ ਯੂਨੀਵਰਸ, ਜਿੱਥੋਂ ਤੱਕ ਵੀ ਆਪਾਂ ਸਮਝਦੇ ਹਾਂ, ਇਹ ਪੁਲਾੜ ਬਹੁਤ ਵੱਡਾ ਓਬਜ਼ਰਵੇਬਲ ਯੂਨੀਵਰਸ, ਇੰਨੇ ਲਾਈਟ ਈਅਰ, ਲੱਖ ਲਾਈਟ ਈਅਰ, ਕਰੋੜਾਂ ਲਾਈਟ ਈਅਰ ਤੱਕ ਇੱਕ ਉਪਕਰਨ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਸਿਰਫ ਇੱਕ ਬੈਕਟੀਰੀਆ ਹੀ ਹੋਵੇ, ਬੈਕਟੀਰੀਆ ਦੇ ਅੰਦਰ ਦੀ ਲਾਈਫ ਜੋ ਆਪਾਂ ਦੇਖ ਰਹੇ ਹਾਂ। ਜੋ ਬੈਕਟੀਰੀਆ ਆਪਣੀ ਸਕਿਨ ਦੇ ਉੱਤੇ ਆ, ਉਹਦੇ ਲਈ ਤਾਂ ਆਪਾਂ ਯੂਨੀਵਰਸ ਆ। ਕਿ ਜੋ ਇੱਥੇ ਬੈਕਟੀਰੀਆ ਰਹਿੰਦਾ ਇੰਨੀ ਕੁ ਜਗ੍ਹਾ ਦੇ ਵਿੱਚ, ਉਹਨੇ ਮਰ ਜਾਣਾ ਗਾ ਪੈਦਾ ਹੋ ਕੇ, ਉਹ ਆਪਣੀ ਸਾਰੀ ਬੋਡੀ ਨੂੰ ਕਦੇ ਜਾਣ ਸਕੂਗਾ? ਕੀ ਪਤਾ ਉਹਨਾਂ ਦੀ ਵੀ ਲਾਈਫ ਇੱਦਾਂ ਹੀ ਹੋਵੇ ਜਿਵੇਂ ਆਪਣੀ। ਆਪਾਂ ਆਪਦੇ ਆਪ ਨੂੰ ਜਾਗਰੂਕ ਮਹਿਸੂਸ ਕਰਦੇ ਹਾਂ, ਚੇਤਨ ਮਹਿਸੂਸ ਕਰਦੇ ਹਾਂ, ਤਰੱਕੀਆਂ ਕੀਤੀਆਂ, ਕਹਿੰਦੇ ਬਿਲਡਿੰਗਸ ਬਣੀਆਂ, ਠੀਕ ਆ, ਮਾਡਰਨ ਲਾਈਫ ਅੱਜ ਦੀ, ਬਿਜਲੀ ਪੈਦਾ ਕਰ ਲਈ, ਇਹ ਹੋ ਗਿਆ, ਉਹ ਹੋ ਗਿਆ। ਉਹਨਾਂ ਨੇ ਵੀ ਤਰੱਕੀਆਂ ਕੀਤੀਆਂ ਹੋਣ,
उस लैवल ते उन्हां दे दिमाग दे लैवल ते आपां समझ सकांगे उन्हां दी दुनिया किहो जी आ। ये सिर्फ इन्ना समझो, सब तो बारीक चीज़ साइंस तां एटम नूं कहंदी आ। एटम दे विच न्यूट्रॉन, प्रोटॉन, इलैक्ट्रॉन, इदों इन्हां नूं तोड़ नहीं सकी, इदों बरीकी दे विच साइंस जा नहीं सकी। हो सकदा एक आइटम दे करोड़वें हिस्से दे विच भी लाइफ होवे, उत्थे भी निक्के एक सूक्ष्म जीव होण जिन्हां दे लई उन्हां दा हो पूरा यूनीवर्स होवे। इन्नी गहराई दे विच साइंस हले जा नहीं सकी। आपां नूं ये भी बिल्कुल नहीं पता आपां आउणे कित्थे क। जेकर जूम आउट किया जाए धरती नूं उन्नी दूरी तो देखा जाए जिथे इंसान बिल्कुल निक्के निक्के दिखते होण, एक मूवमेंट दिखती होवे, ठीक है, जो आपां स्कोप दे नाल किसी भी खाण वाली चीज़ दे विच देखदे हां, उन्हां दे लई लाइफ बहुत तेज़ी नाल घट रही होवे। जिवें एक पंछी दे लई उम्र उहदी छोटी हुंदी है पर वो सारा कुछ तेज़ी नाल ग्रो हुंदा है। अपने हर एक एक्शन उहदे लई स्लो आ। समझण दी कोशिश करो, हो सकदा किवें साबित कर सकदे आ भी आपां जिउंदे आ, जिंदा है। भी आपां जिउंदे आ, एक भ्रम हो सकदा है, एक मानसिक दशा हो सकदी है, समझना जिन्हों कह सकते हैं भी कुछ इमेजिन करके आपां दुनिया बनाई हुई है। सो अपनी अख इनफ्रारेड कैमरे की अख वो होर तरह देखते, होर तरह देखते, जानवर होर तरह देखते हैं। असली दुनिया की आ, गल्लां बहुत गहराई वालियां, साइंस इसनूं शायद ही कदे समझ पाऊगी। स्वाद किसी चीज़ का मिठा, फिक्का, नमकीन होना ये भी एक भ्रम आ। पेन होना भी एक भ्रम आ, गर्म ठंडा लगना भी एक भ्रम आ। किवें फॉर एग्जाम्पल एक हथ नूं गर्म रगड़न दे नाल गर्म कर लियो, एक नॉर्मल है, एक नूं गर्म कर लियो, तां दोनां नूं नॉर्मल टैंपरेचर दे पानी दे विच पायो, एक नूं पानी ठंडा लगना, एक नूं गर्म लगना। पानी दा तापमान इक्को जिहा है, आपां नूं लगना भ्रम। कि प्रकाश दे नाल जो आपां नूं दिसदा, मतलब लाइट जिथे भी लाइट पैंदी आ आपां कहने आ सानूं दिखदा है, साडे रेटिना थ्रू प्रोसैस हो के ग्रे मैटर नाल अंदरों सानूं अपने अंदर ही एक तस्वीर दिंदी आ। यही प्रोसैस है ना कि ये सच आ या झूठ। मन दा की कॉन्सैप्ट तुसीं समझदे आ, मन की आ? पंज सेंसां नाल जो इंफॉर्मेशन इकट्ठी हुंदी है रोज़ रोज़ आपां एक्सपीरियंस करदे आ, उसकी रिकॉर्डिंग अंदर हो जाती है। किते भी अंदर कुछ मैमरी वाले नाल रिलेटेड कोई चीज़ तो है नहीं गी, एक निक्के निक्के इलैक्ट्रिकल सिग्नल आ जो ब्रेन दे न्यूरो पास थ्रू जो एक बिजली अपने अंदर जो एनर्जी आ कह लीए, तो वो सारा कुछ याद रखदी आ। जो भी अपने सेंस एक्सपीरियंस करते हैं, तो यह एक्सपीरियंस करना एक इलैक्ट्रिकल सिग्नल याद रख रहा अपने ब्रेन के अंदर,
ਜਿਹਨੂੰ ਆਪਾਂ ਯਾਦਾਸ਼ਤ ਜਾਂ ਮੈਮਰੀ ਕਹਿ ਦਿੰਦੇ ਹਾਂ। ਤਾਂ ਉਹ ਕੀ ਆ? ਐਨਰਜੀ ਆ। ਐਨਰਜੀ ਕਿੱਥੋਂ ਆਈ ਆ? ਉਹ ਸਨ ਤੋਂ ਮੰਨ ਸਕਦੇ ਹਾਂ, ਸੂਰਜ ਤੋਂ ਮੰਨ ਸਕਦੇ ਹਾਂ। ਓਕੇ, ਸੂਰਜ ਦੇ ਨਾਲ ਪ੍ਰਕਾਸ਼ ਵੀ ਹੁੰਦਾ ਅਤੇ ਆਪਾਂ ਨੂੰ ਐਨਰਜੀ ਵੀ ਮਿਲਦੀ ਆ। ਅਤੇ ਪ੍ਰਕਾਸ਼ ਤੋਂ ਬਿਨਾਂ ਜੀਵਨ ਅਸੰਭਵ ਲੱਗਦਾ। ਸਪੇਸ ਨੂੰ ਹਲੇ ਤੱਕ ਨਹੀਂ ਸਮਝ ਸਕੀ ਸਾਇੰਸ। ਸਪੇਸ ਕੀ ਆ? ਖਾਲੀ ਜਿੱਥੇ ਹੱਥ ਪਾਉਣੇ ਆ। ਇਸ ਨੂੰ ਪਤਾ ਵੀ ਕਿਵੇਂ ਕੀਤਾ ਜਾ ਸਕਦਾ ਹੈਗਾ। ਇੱਕ ਛੋਟਾ ਜਿਹਾ ਰਿਸਰਚ ਹੋਇਆ ਸੀਗਾ। ਇੱਕ ਚੈਂਬਰ ਬਣਾ ਕੇ, ਜਿਵੇਂ ਦੁੱਧ ਵਾਲੀ ਗੱਡੀ ਹੁੰਦੀ ਆ ਜਾਂ ਤੇਲ ਵਾਲਾ ਟੈਂਕਰ ਹੁੰਦਾ ਗਾ, ਆਧੁਨਿਕ ਉਪਕਰਨ ਲਾ ਕੇ, ਬੜੇ ਐਡਵਾਂਸ ਤਕਨੀਕ ਡਿਵਾਈਸ ਲਾ ਕੇ ਉਹਦੇ ਵਿਚਲੀ ਸਾਰੀ ਹਵਾ ਬਾਹਰ ਕੱਢ ਦਿੱਤੀ ਗਈ। ਬਿਲਕੁਲ ਨਥਿੰਗ ਕਰ ਦਿੱਤਾ, ਖਾਲੀ ਕਰ ਦਿੱਤਾ। ਜਦੋਂ ਹੀ ਖਾਲੀ ਹੋਇਆ ਉਹ ਚਪਕ ਗਿਆ। ਬਾਹਰੋਂ ਉਹਦੇ 'ਤੇ ਇੰਨਾ ਦਬਾਅ ਬਣਿਆ ਜਿਹੜਾ ਕਿ ਕੁਛ ਵੀ ਨਹੀਂ ਗਾ। ਆਪਾਂ ਤਾਂ ਵਧੀਆ ਮੂਵ ਹੁੰਦੇ ਵਿੱਚ, ਤਾਂ ਪਤਾ ਕੀਤਾ ਉਹਦੇ ਇੱਕ ਮੀਟਰ ਦੇ ਏਰੀਏ ਦੇ ਵਿੱਚ 10 ਤੋਂ 15 ਟਨ ਦਾ ਦਬਾਅ ਪਿਆ। ਤਾਂ ਆਸੇ ਪਾਸੇ ਸਪੇਸ, ਇਹਨੂੰ ਆਪਾਂ ਨਥਿੰਗ ਨਹੀਂ ਕਹਿ ਸਕਦੇ, ਇਹ ਬਹੁਤ ਕੁਛ ਆ। ਤਾਂ ਇਹ ਤਾਂ ਹੋ ਗਈ ਸਪੇਸ ਦੀ ਗੱਲ, ਜਿਹੜਾ ਧਰਤੀ 'ਤੇ। ਚਲੋ ਗ੍ਰੈਵਿਟੀ ਹੋਰ ਚੀਜ਼ ਹੋ ਗਈ, ਖਾਲੀ ਸਪੇਸ ਹੋਰ ਚੀਜ਼ ਹੋ ਗਈ। ਗ੍ਰੈਵਿਟੀ ਕਿਵੇਂ ਕੰਮ ਕਰਦੀ ਆ ਇਹ ਵੀ ਨਹੀਂ ਪਤਾ। ਗ੍ਰੈਵਿਟੀ ਕਿਸੇ ਚੀਜ਼ ਦਾ ਮਾਸ ਬਹੁਤ ਜ਼ਿਆਦਾ ਆ ਤਾਂ ਉਹ ਹਲਕੀਆਂ ਚੀਜ਼ਾਂ ਨੂੰ ਉਹਦੇ ਨਾਲ ਰੱਖਦਾ ਗਾ ਫੜ ਕੇ। ਤਾਂ ਹੁਣ ਸਪੇਸ ਤਾਂ ਸਾਰੇ ਪਾਸੇ ਹੀ ਆ, ਤਾਂ ਗ੍ਰੈਵਿਟੀ ਨਾਲ ਸਾਰੀਆਂ ਚੀਜ਼ਾਂ ਹਵਾ ਦੇ ਵਿੱਚ, ਖਾਲੀ ਸਪੇਸ ਦੇ ਵਿੱਚ ਘੁੰਮ ਰਹੀਆਂ। ਕੋਈ ਵੀ ਗ੍ਰਹਿ ਕਹਿ ਲਈਏ, ਕੋਈ ਵੀ ਗਲੈਕਸੀ ਕਹਿ ਲਈਏ। ਜੋ ਓਬਜ਼ਰਵੇਬਲ ਯੂਨੀਵਰਸ ਆ, ਜਾਂ ਕਹਿ ਦਿੰਦੇ ਆ ਬਿਗ ਬੈਂਗ ਹੋਇਆ ਸੀ। ਬਿਗ ਬੈਂਗ ਹੋਇਆ ਸੀ ਤਾਂ ਉਸ ਤੋਂ ਪਹਿਲਾਂ ਵੀ ਤਾਂ ਉਹ ਕਿਸੇ ਸਪੇਸ ਦੇ ਵਿੱਚ ਹੀ ਸੀ। ਬਿਗ ਬੈਂਗ ਹੋਣਾ ਤਾਂ ਇੱਕ ਮਾਮੂਲੀ ਘਟਨਾ ਮੰਨ ਸਕਦੇ ਆਪਾਂ। ਜਦੋਂ ਆਪਾਂ ਇਹ ਦੇਖਦੇ ਹਾਂ ਵੀ ਸਾਡੀ ਸਕਿਨ ਦੇ ਉੱਪਰ ਕਿੰਨੇ ਹੀ ਬੈਕਟੀਰੀਆ ਦੀ ਲਾਈਫ ਚੱਲ ਰਹੀ ਆ, ਚੱਲੂਗੀ, ਤਾਂ ਓਬਜ਼ਰਵੇਬਲ ਯੂਨੀਵਰਸ ਆ, ਬਿਗ ਬੈਂਗ ਆ, ਜਾਂ ਕਿੰਨੇ ਵੀ ਬਿਗ ਬੈਂਗ ਤੋਂ ਪਹਿਲਾਂ ਬਿਗ ਬੈਂਗ ਲਾ ਲਓ, ਤਾਂ ਉਹ ਸਭ ਛੋਟੀਆਂ ਚੀਜ਼ਾਂ ਹੋ ਸਕਦੀਆਂ, ਬਹੁਤ ਛੋਟੀਆਂ। ਅਸਲ ਸੱਚਾਈ ਕੀ ਹੋ ਸਕਦੀ ਆ? ਇੱਕ ਬੋਡੀ, ਇੱਕ ਆਪਣੇ ਆਪ ਨੂੰ ਜਾਗਰੂਕ ਆਪਾਂ ਕਹਿ ਸਕਦੇ ਹਾਂ, ਆਪਾਂ ਬੋਲਦੇ ਹਾਂ, ਸਾਹਮਣੇ ਵਾਲਾ ਸਮਝਦਾ ਏ, ਭਾਸ਼ਾਵਾਂ ਏ। ਇੱਦਾਂ ਨਹੀਂ ਲੱਗਦਾ ਵੀ ਕਿਸੇ, ਜੇ ਦੂਰੋਂ ਦੇਖੀਏ, ਫਿਰ ਉਹੀ ਮੈਂ ਗੱਲ ਕਹਿੰਦਾ ਵੀ ਇੰਨੀ ਦੂਰੋਂ ਧਰਤੀ ਨੂੰ ਵੇਖੀਏ ਆਪਾਂ, ਵੀ ਜਿੱਥੇ ਸਿਰਫ ਮੂਵਮੈਂਟ ਦਿਸੇ, ਕਲੀਅਰ ਨਾ ਦਿਖੇ ਇਨਸਾਨ ਆ ਜਾਂ ਕੀ ਹੈ, ਕੋਈ ਵੀ ਜਾਨਵਰ ਆ, ਤਾਂ ਕੋਈ ਇੰਨੀ ਵੱਡੀ ਸ਼ੈ ਇਸ ਚੀਜ਼ ਨੂੰ ਦੇਖੂਗੀ ਤਾਂ ਉਹਦੇ ਲਈ ਕੀ ਹੋਊਗਾ? ਇਹ ਜਿਵੇਂ ਇੱਕ ਗਲਾਸ ਦੇ ਪਾਣੀ ਦੇ ਵਿੱਚ ਕੋਈ ਸੜਨ ਪੈਦਾ ਹੋ ਗਈ, ਕੋਈ ਜੀਵ ਹੋ ਗਏ, ਜਿੰਨਾ ਟਾਈਮ ਗਲਾਸ ਖਾਲੀ ਨਹੀਂ ਹੁੰਦਾ ਉਹਨਾਂ ਟਾਈਮ ਉਹਨਾਂ ਨੇ ਵਿੱਚ ਰਹਿਣਾ ਗਾ। ਉਦੋਂ ਜਦੋਂ ਸੁੱਕ ਗਿਆ ਉਹਨਾਂ ਦੀ ਲਾਈਫ ਖਤਮ ਹੈ ਨਾ। ਤਾਂ ਉਹ ਵੀ ਇਵੇਂ ਹੀ ਆ, ਇੱਕ ਗ੍ਰਹਿ ਦੇ ਉੱਪਰ ਸਮਝ ਲਓ ਇੱਕ ਰਿਐਕਸ਼ਨ ਹੋ ਰਿਹਾ ਕਿਸੇ ਚੀਜ਼ਾਂ ਦਾ, ਜਿਵੇਂ ਬੋਡੀ ਬਣੀ ਮਰ ਗਈ, ਬਣੀ ਮਰ ਗਈ, ਠੀਕ ਆ। ਜਿਵੇਂ ਆਪਾਂ ਆਪਣੀ ਭਾਸ਼ਾ 'ਚ ਕਹਿ ਦਿੰਦੇ ਹਾਂ ਵੀ ਕੋਈ ਵੀ ਪ੍ਰਜਾਤੀ ਆਪਣਾ ਜੀਨਸ ਅੱਗੇ ਵਧਾਉਣ ਦੀ ਖਾਤਰ ਹੈਗੀ ਆ ਇੱਥੇ, ਤੇ ਅਕਸਰ ਕਦੋਂ ਤੱਕ ਐਕਸਪਾਇਰੇਸ਼ਨ ਤਾਂ ਹੋਣੀ ਹੈ, ਖਤਮ ਤਾਂ ਹੋਣਾ ਹੀ ਹੈ ਸਾਰਾ ਕੁਛ। ਤੇ ਆਪਾਂ ਨੂੰ ਇਹ ਬੜਾ ਵੱਡਾ ਲੱਗਦਾ ਜਦੋਂ ਆਪਾਂ ਕਹਿੰਦੇ ਆ ਵੀ ਕਮਰਾ ਇਹ ਆ, ਮੋਬਾਇਲ ਆ, ਤੁਸੀਂ ਮੈਨੂੰ ਦੇਖ ਰਹੇ ਆ, ਮੈਂ ਬੋਲੀ ਜਾਂਦਾ ਗਾ,
ਜੋ ਇਹ ਘਟਨਾਵਾਂ ਜੋ ਆਪਾਂ ਨੂੰ ਤਜਰਬੇ ਹੋ ਰਹੇ ਆ, ਇਹਨਾਂ ਦੇ ਅਲੱਗ-ਅਲੱਗ ਬੋਲੀ ਦੇ ਹਿਸਾਬ ਨਾਲ ਨਾਂ ਰੱਖ ਲਏ, ਸਾਰਾ ਕੁਛ ਬਣਾ ਲਿਆ। ਇੱਕ ਝੂਠੀ ਕਲਪਨਾ ਹੈ, ਝੂਠੀ ਕਲਪਨਾ, ਬਿਲਕੁਲ ਝੂਠੀ, ਜਿਹਦੇ ਵਿੱਚ ਕੋਈ ਸੱਚਾਈ ਨਜ਼ਰ ਹੀ ਨਹੀਂ ਆਉਂਦੀ। ਅਸਲ ਕੀ ਆ ਸਾਰਾ ਕੁਛ? ਕਿ ਇੱਕ ਨਿੱਕੇ ਜਿਹੇ ਗ੍ਰਹਿ ਤੇ, ਜਿਹੜਾ ਕਿ ਇੱਕ ਗਲੈਕਸੀ ਦੀ ਤੁਲਨਾ ਦੇ ਵਿੱਚ ਇੱਕ ਸਰੋਂ ਦੇ ਦਾਣੇ ਦਾ ਵੀ ਵੈਲਿਊ ਨਹੀਂ ਰੱਖਦਾ ਗਾ, ਤਾਂ ਜਦੋਂ ਪੂਰਾ ਜਿਹੜਾ ਯੂਨੀਵਰਸ ਜਿੰਨਾ ਵੀ ਅੱਜ ਤੱਕ ਦੇਖਿਆ ਜਾ ਸਕੇ, ਉਹਦੇ ਵਿੱਚ ਤਾਂ ਆਪਾਂ ਇੱਕ ਬਿੰਦੂ ਵੀ ਨਹੀਂ ਲਾ ਸਕਦੇ ਵੀ ਇੱਥੇ ਆ। ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਇਹ ਸਾਰਾ ਕੁਛ ਜੋ ਆਪਾਂ ਦੇਖ ਰਹੇ ਹਾਂ ਚਾਰੇ ਪਾਸੇ, ਇਹ ਬਹੁਤ ਵੈਲਿਊਬਲ ਚੀਜ਼ਾਂ ਲੱਗਦੀਆਂ ਹੈ। ਜ਼ੀਰੋ, ਕੋਈ ਵੈਲਿਊ ਨਹੀਂ ਇਹਨਾਂ ਦੀ। ਤਾਂ ਫਿਰ ਕੀ ਮਕਸਦ ਹੋਣਾ ਚਾਹੀਦਾ ਗਾ ਜ਼ਿੰਦਗੀ ਦਾ? ਤਾਂ ਫਿਰ ਕਿਵੇਂ ਜ਼ਿੰਦਗੀ ਜਿਉਈਏ? ਕਿਉਂ ਇਹ ਵੀ ਸ਼ਬਦ ਵੀ ਇੱਕ ਕੋਈ ਕਿਤੇ ਸਟੈਂਡ ਨਹੀਂ ਰੱਖਦਾ ਗਾ। ਜ਼ਿੰਦਗੀ ਜਿਉਈਏ, ਜ਼ਿੰਦਗੀ ਜਿਉਈਏ ਤਾਂ ਆਪਾਂ ਕਹਿੰਦੇ ਆ ਨਾ, ਆਪਾਂ ਇਹ ਗੱਲ ਬਣਾ ਲਈ ਹੈ, ਜ਼ਿੰਦਗੀ ਹੁੰਦੀ ਆ ਮਰਨ ਤੱਕ, ਜੀਣਾ ਇਹਨੂੰ ਕਿਵੇਂ ਜਿਉਈਏ? ਵੀ ਸਮਝੀਏ ਇਹ ਸਾਰਾ ਵਰਤਾਰਾ ਕਿਉਂ ਆ? ਕਿਉਂ ਅੱਜ ਮੇਰੇ ਦਿਮਾਗ ਦੇ ਵਿੱਚ ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਸਵਾਲ ਪੈਦਾ ਹੋ ਗਿਆ ਵੀ ਸਾਰਾ ਕੁਛ ਕਿਉਂ ਆ? ਸਾਰਾ ਕੁਛ ਮਤਲਬ ਸਾਰਾ ਕੁਛ ਜੋ ਵੀ ਆ, ਕੀ ਰੀਜ਼ਨ ਹੈ ਇਹਦਾ? ਕਿਉਂ ਆ ਇਹ? ਕਿ ਇਹ ਸਭ ਕੁਛ ਤਾਂ ਹੋਣਾ ਜ਼ਰੂਰੀ ਸੀ, ਜਾਂ ਮੰਨੀਏ ਵੀ ਕੁਛ ਹੈ ਹੀ ਨਹੀਂਗਾ, ਬਸ ਕਿਤੇ ਕੁਛ ਪਿਆ ਹੈ। ਜਿਹੜੀ ਆਪਣੀ ਮੂਵਮੈਂਟ ਆਪਾਂ ਕਹਿ ਦਿੰਦੇ ਆ, ਆਪਾਂ 20 ਕਿਲੋਮੀਟਰ ਚਲੇ, 100 ਕਿਲੋਮੀਟਰ ਚਲੇ, ਜਾਂ ਕਿਸੇ ਦੇਸ਼ ਤੋਂ ਦੇਸ਼ ਚੱਲੇ, ਇਹ ਮੂਵਮੈਂਟ ਕੁਛ ਵੀ ਨਹੀਂ ਹੈਗੀ। ਜੇ ਤਾਂ ਮੰਨੀਏ ਵੀ ਓਕੇ, ਧਰਤੀ ਤੋਂ ਚੰਦ ਤੱਕ ਦੀ ਦੂਰੀ ਇੱਕ ਆਪਣਾ ਸੋਲਰ ਸਿਸਟਮ, ਇਦੋਂ ਪਰੇ ਕੁਛ ਨਹੀਂ ਗਾ, ਫਿਰ ਇਹ ਚੀਜ਼ਾਂ ਵੈਲਿਊ ਰੱਖਦੀਆਂ ਹੈ। ਜਦੋਂ ਕੋਈ ਅੰਤ ਹੀ ਨਹੀਂ ਹੈ ਕਿਤੇ ਵੀ, ਆਪਾਂ ਇੰਨੇ ਨਿੱਕੇ ਆ ਕਿ ਆਪਾਂ ਨੂੰ ਦੇਖਿਆ ਵੀ ਨਹੀਂ ਜਾ ਸਕਦਾ ਗਾ, ਇੰਨੀ ਦੂਰੀ ਤੇ ਆਪਾਂ ਜਾ ਸਕਦੇ ਹਾਂ। ਤਾਂ ਸਮਝਣ ਦਾ ਤਰੀਕਾ ਇਹੀ ਆ, ਅੱਖਾਂ ਬੰਦ ਕਰਕੇ 1 ਮਿੰਟ ਦੇ ਵਿੱਚ ਵੀ ਆਪਾਂ ਨੂੰ ਗਿਆਨ ਹਾਸਲ ਹੋ ਸਕਦਾ। ਇਹ ਸਮਝਣ ਲਈ ਕਿ ਸਭ ਕੁਛ ਕਿਉਂ ਹੈਗਾ ਏ, ਕਿ ਜੋ ਮੇਰੇ ਦਿਮਾਗ ਦੇ ਵਿੱਚ ਜੋ ਸੋਚਣ ਦੀ ਪ੍ਰਕਿਰਿਆ ਹੈ, ਜੋ ਮੈਨੂੰ ਐਕਸਪੀਰੀਅੰਸ ਹੋਇਆ ਹੈ ਨਾ, ਵੀ ਇਹਦੇ ਵਿੱਚ ਸਵਾਲ ਪੈਦਾ ਹੋ ਗਿਆ ਹੈ। ਪੈਦਾ ਹੋਣ ਦਾ ਵੀ ਕੀ ਮਤਲਬ ਆ? ਕੁੱਲ ਮਿਲਾ ਕੇ ਉੱਥੇ ਗੱਲ ਆ ਜਾਂਦੀ ਹੈ ਮੁੜ ਕੇ, ਬਈ ਇਹ ਚੀਜ਼ਾਂ ਕਾਹਦੇ ਲਈ ਆ? ਕੀ ਕੋਈ ਕਿਸੇ ਦੀਆਂ ਇਹ ਸਭ ਕੁਛ ਬਣਾਇਆ ਹੋਇਆ ਹੈ? ਕਿ ਅਸੀਂ ਕਿਸੇ ਪ੍ਰੋਗਰਾਮ ਦਾ ਹਿੱਸਾ ਹੈ, ਜਾਂ ਆਪਾਂ ਬਹੁਤ ਗਹਿਰੀ ਨੀਂਦ ਦੇ ਵਿੱਚ ਇੱਕ ਸੁਪਨਾ ਹੋਵੇ, ਸਾਰਾ ਕੁਛ ਹੀ ਅਸਲੀ ਆਪਾਂ ਕੁਛ ਹੋਰ ਹੀ ਹੋਈਏ, ਆਪਾਂ ਨੂੰ ਲੱਗਦਾ ਹੋਵੇ ਇੰਨੇ ਸਾਲ ਲੰਘ ਗਏ, ਇੰਨਾ ਹੋ ਗਿਆ, ਉਹ ਹੋ ਗਿਆ, ਕਿਸੇ ਚੀਜ਼ ਨੂੰ ਇਹ ਸਭ ਐਕਸਪੀਰੀਅੰਸ ਹੋ ਰਿਹਾ ਹੋਵੇ। ਗੱਲਾਂ ਬਹੁਤ ਆ ਸੋਚਣ ਵਾਲੀਆਂ, ਜੇ ਜਾਣਾ ਚਾਹੋ ਤਾਂ ਜਾ ਵੀ ਸਕਦੇ ਹਾਂ ਸਾਰੀਆਂ ਚੀਜ਼ਾਂ ਤੋਂ ਬਾਹਰ। ਮੈਡੀਟੇਸ਼ਨ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜਿਹਦੇ ਨਾਲ ਆਪਾਂ ਨੂੰ ਸਭ ਚੀਜ਼ਾਂ ਦਾ ਅਹਿਸਾਸ ਹੋ ਸਕਦਾ ਗਾ। ਜਿਹੜੀ ਇਹ ਘੁਟਨ ਆ ਕੁਛ ਵੀ ਨਾ ਪਤਾ ਹੋਣ ਦੀ, ਆਖਿਰ ਕਿੰਨਾ ਟਾਈਮ ਇਹ ਸਵਾਲ ਆਪਣੇ ਦਿਮਾਗ ਦੇ ਵਿੱਚ ਰਹੂਗਾ? ਸਾਰਾ ਕੁਛ ਜਾਣਨ ਦੀ ਜਦੋਂ ਜਾਣ ਜਾਵਾਂਗੇ, ਅੱਛਾ
भी हर एक इंसान ਜਾਂ ਕਿਸੇ ਵੀ ਪ੍ਰਜਾਤੀ ਜੋ ਵੀ ਧਰਤੀ ਤੇ ਹੈਗੀ ਆ, ਇਹ ਕਿਉਂ ਫੀਲ ਕਰਦੀ ਆ ਆਪਦੇ ਆਪ ਦੇ ਹੋਣ ਨੂੰ, ਵੀ ਮੈਂ ਹੈਗਾ ਕੁਛ। ਤੇ ਹੋ ਸਕਦਾ ਆਪਾਂ ਕੁਛ ਹੋਰ ਹੀ ਹੋਈਏ, ਬਹੁਤ ਪਰੇ ਦੀ ਚੀਜ਼। ਇਹਨਾਂ ਸਭ ਕੁਛ ਨੂੰ ਜੋ ਆਪਾਂ ਜਾਣ ਰਹੇ ਹਾਂ, ਜੋ ਆਪਣੇ ਅੰਦਰ ਇੱਕ ਸਾਖਸ਼ੀ ਆ, ਜੋ ਇਹ ਸਭ ਕੁਛ ਜਾਣ ਰਿਹਾ ਹੈ, ਆਪਣੇ ਸੁੱਤਿਆਂ ਨੂੰ ਵੀ ਉਹਨੂੰ ਪਤਾ ਸੁੱਤੇ ਪਏ ਆ, ਆਪਾਂ ਨੂੰ ਸੁਪਨਾ ਆ ਰਿਹਾ ਉਹ ਵੀ ਪਤਾ ਗਾ। ਜੋ ਉਹ ਸਾਖਸ਼ੀ ਆਪਣੇ ਅੰਦਰ ਜੋ ਕਹਿੰਦਾ ਮੇਰੇ ਕੰਨ, ਪੈਰ, ਹੱਥ, ਮੈਮੋਰੀ ਸਾਰਾ ਕੁਛ ਉਹੀ ਹੋਵੇ। ਮਤਲਬ ਆਪਾਂ ਖੋਜ ਰਹੇ ਹਾਂ ਜੋ ਚੀਜ਼, ਉਹ ਆਪਾਂ ਨੂੰ ਇੱਕ ਸਕਿੰਟ ਦੇ ਵਿੱਚ ਪਤਾ ਲੱਗ ਜਾਵੇ। ਨਹੀਂ ਤਾਂ ਸਾਇੰਸ ਦੇ ਥਰੂ ਤਾਂ ਇੰਪੋਸੀਬਲ ਆ ਇਹ ਚੀਜ਼ਾਂ ਦਾ ਪਾਰ ਪਾਉਣਾ। ਧਰਤੀ ਦੇ ਉੱਪਰ ਹੀ ਕੁਛ ਇਸ ਤਰ੍ਹਾਂ ਦੇ ਪੌਦੇ ਆ, ਖਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਖਾ ਕੇ ਇਨਸਾਨ ਨੂੰ ਕੁਛ ਇਹੋ ਜਿਹੇ ਤਜਰਬੇ ਹੁੰਦੇ ਆ, ਅੰਦਰੋਂ ਅੰਦਰ ਕੁਛ ਇਹੋ ਜਿਹੇ ਉਹਨੂੰ ਦਿਖਦੀਆਂ ਚੀਜ਼ਾਂ ਜਿਹੜੀਆਂ ਰੀਅਲ ਲਾਈਫ ਦੇ ਵਿੱਚ ਹੈ ਹੀ ਨਹੀਂ, ਕੋਈ ਉਹਨਾਂ ਦਾ ਵਜੂਦ ਹੀ ਆਇਆ ਨਹੀਂ। ਇਹ ਕੈਲੋਰੀ ਹੁੰਦੀ ਆ, ਫੈਟ ਹੁੰਦੀ ਆ, ਇਹਦਾ ਬਲੱਡ ਆ, ਇਹ ਉਹ ਜੋ ਆ, ਫਲਾਨਾ ਉਹ ਢਮਕਾ। ਅਸਲ ਨੂੰ ਕੋਈ ਨਹੀਂ ਜਾਣ ਪਾਉਂਦਾ। ਮਿੱਟੀ ਨੂੰ ਹੁਣ ਲੈ ਲਓ, ਇੱਧਰ ਮਿੱਟੀ ਇੱਕ ਟਰਾਲੀ ਰੱਖ ਲਓ, ਇੱਕ ਇੱਧਰ ਰੱਖ ਲਓ, ਇੱਕ ਦੇ ਵਿੱਚ ਸੰਤਰਿਆਂ ਦੇ ਪੌਦੇ ਲਾ ਦਿਓ, ਇੱਕ ਦੇ ਵਿੱਚ ਅੱਕ ਬੀਜ ਦਿਓ ਜਾਂ ਕੁਛ ਕੜਤਣ ਵਾਲੀ ਚੀਜ਼, ਤਾਂ ਅਲੱਗ ਅਲੱਗ ਉਹਨੂੰ ਉਹ ਚੀਜ਼ ਮਿਲਣੀ ਆ। ਮਿੱਟੀ ਨੇ ਇੱਕ ਨੂੰ ਮਿਠਾਸ ਦੇਣੀ, ਇੱਕ ਨੂੰ ਖਟਾਸ ਦੇਣੀ ਆ। ਵੀ ਮਿੱਟੀ ਦੇ ਵਿੱਚੋਂ ਮਿੱਠੇ ਨੂੰ ਪੈਦਾ ਕਰ ਸਕਦੇ ਹਾਂ, ਕਿਸੇ ਫਲ ਨੂੰ ਪੈਦਾ ਕਰ ਸਕਦੇ ਹਾਂ, ਕਿਸੇ ਰੰਗਾਂ ਨੂੰ ਪੈਦਾ ਕਰ ਸਕਦੇ ਹਾਂ, ਕਿਸੇ ਫੁੱਲਾਂ ਨੂੰ ਪੈਦਾ ਕਰ ਸਕਦੇ ਹਾਂ। ਮਿੱਟੀ ਦੇ ਵਿੱਚੋਂ ਜੋ ਪੌਦੇ ਆਪਾਂ ਨੂੰ ਆਕਸੀਜਨ ਦਿੰਦੇ ਆ, ਉਹ ਮਿੱਟੀ ਡਾਇਰੈਕਟ ਕਰ ਸਕਦੀ ਆ? ਨਹੀਂ ਕਰ ਸਕਦੀ। ਜੋ ਜੜ੍ਹਾਂ ਹੁੰਦੀਆਂ ਕਿਸੇ ਵੀ ਪੌਦੇ ਦੀਆਂ, ਉਹ ਇੰਨੀਆਂ ਇੰਟੈਲੀਜੈਂਟ ਕਿਵੇਂ ਆ ਵੀ ਇੱਕ ਅੰਬ ਦੇ ਦਰਖਤ ਦੀਆਂ ਉਹਨੇ ਮਿੱਠਾ ਇਕੱਠਾ ਕਰਨਾ ਉਹਦੇ ਵਿੱਚ, ਮਿਰਚ ਵਾਲਾ ਪੌਦਾ ਹੋ ਗਿਆ, ਆਪਣੇ ਕੜਤਣ ਤਿੱਖਾਪਨ ਇਕੱਠਾ ਕਰਨਾ ਗਾ। ਕੀ ਇਕੱਲੀ ਮਿੱਟੀ ਤੋਂ ਸਾਰਾ ਕੁਛ ਮਿਲ ਜਾਊਗਾ? ਉਹ ਵੀ ਇੱਕ ਜੀਵ ਆ, ਉਹਨਾਂ ਦਾ ਇੱਕ ਕੰਮ ਆ। ਪੌਦੇ ਦੇ ਲੈਵਲ ਤੇ ਜਾ ਕੇ ਦੇਖੀਏ ਕੀ ਸਾਇੰਸ ਇਹ ਸਾਬਤ ਕਰ ਸਕਦੀ ਆ ਵੀ ਉਹ ਕੁਛ ਸੋਚਦੇ ਨੀ ਗੇ, ਉਹਨਾਂ ਦੀ ਕੋਈ ਹੈ ਨੀ ਗੀ, ਕੀ ਪਤਾ ਉਹਨਾਂ ਦਾ ਦਿਮਾਗ ਆਪਾਂ ਤੋਂ ਵੀ ਅੱਗੇ ਹੋਵੇ। ਆਪਾਂ ਨਹੀਂ ਕਹਿ ਸਕਦੇ ਉਹ ਜਾਗਰੂਕ ਨਹੀਂ ਹੈਗੇ। ਆਪਾਂ ਆਪਣੇ ਹਿਸਾਬ ਨਾਲ ਧਾਰਨਾਵਾਂ ਬਣਾ ਲਈਆਂ, ਕੁਛ ਮਿਲਣ ਵਾਲੀਆਂ ਚੀਜ਼ਾਂ ਬਣਾ ਲਈਆਂ, ਦੇਖਣ ਵਾਲੀਆਂ, ਜੋਖਣ ਵਾਲੀਆਂ। ਇਹ ਅਸਲ ਕੀ ਆ ਸਾਰਾ ਕੁਛ? ਫਿਰ ਉਹੀ ਸਵਾਲ ਆ ਜਾਂਦਾ ਮੁੜ ਕੇ, ਇਹ ਗਿਆਨ ਕਿਵੇਂ ਪੈਦਾ ਹੋਊਗਾ ਆਪਣੇ ਅੰਦਰ? ਸਭ ਕੁਛ ਸਮਝਣ ਦਾ। ਜਿੱਥੇ ਆਪਣੇ ਸਵਾਲ ਮੁੱਕ ਜਾਣ, ਜ਼ੀਰੋ ਹੋ ਜਾਵੇ ਕਿ ਬਸ ਹੁਣ ਮੈਨੂੰ ਪਤਾ ਲੱਗ ਗਿਆ ਇਹ ਸਾਰਾ ਵਰਤਾਰਾ ਜੀਵਨ ਦਾ ਕਿਉਂ ਆ, ਕਿਸ ਦੇ ਲਈ ਆ। ਗਿਣਤੀ ਵਾਲਾ ਹਿਸਾਬ ਰੱਖੋ, 1 2 ਤੀਆ। ਜਦੋਂ ਗਿਣਨ ਲੱਗ ਜਾਂਦੇ ਆ ਤਾਂ ਗਿਣਤੀ ਦਾ ਕਦੇ ਐਂਡ ਹੋ ਸਕਦਾ? ਨਹੀਂ ਹੋ ਸਕਦਾ। ਤਾਂ ਇੱਥੇ ਗੱਲ ਉਲਟਾ, ਗਿਣਤੀ ਦਾ ਤਾਂ ਇੱਕ 0 ਤੋਂ ਸ਼ੁਰੂ ਕਰ ਲੈਂਦੇ ਹਾਂ। ਇੱਥੇ ਇੱਥੋਂ ਸਮਝ ਲਓ
ਨਾ ਛੋਟੀ ਚੀਜ਼ ਦੀ ਹੱਦ ਆ ਤੇ ਨਾ ਵੱਡੀ ਚੀਜ਼ ਦੀ ਕੋਈ ਹੱਦ ਆ। ਸਾਡਾ ਸਭ ਤੋਂ ਵੱਡਾ ਸਵਾਲ ਇਹੀ ਹੋਣਾ ਚਾਹੀਦਾ ਗਾ ਵੀ ਇਹ ਸਾਰਾ ਕੁਝ ਕਿਉਂ ਆ, ਅਸੀਂ ਇਸ ਨੂੰ ਕਿਵੇਂ ਜਾਣ ਸਕਦੇ ਹਾਂ। ਬੜੇ ਲੋਕ, ਵੱਡੇ ਵੱਡੇ ਮਹਾਂਗਿਆਨੀ ਯੋਧੇ ਸਾਰੇ ਆਏ ਤੇ ਗਏ, ਅੱਜ ਤੱਕ ਕਿਸੇ ਨੇ ਵਾਪਸ ਆ ਕੇ ਕਿਹਾ ਵੀ ਮੈਂ ਫਲਾਨੇ ਸਮੇਂ ਆਇਆ ਸੀ। ਤਾਂ ਜੋ ਆਪਾਂ ਨੂੰ ਮੈਮਰੀ ਮਿਲੀ ਆ, ਕੁਛ ਆਪਾਂ ਨੂੰ ਸਲੋਟ ਮਿਲਿਆ ਏ 60 70 80 100 ਸਾਲ ਦੇ ਲਈ, ਇਸ ਦੇ ਵਿੱਚ ਆਪਾਂ ਕਹਿ ਸਕੀਏ ਕਿ ਮੈਂ ਜਾਗਰੂਕ ਹਾਂ, ਮੈਨੂੰ ਸੁਣਦਾ ਏ, ਮੈਨੂੰ ਦਿਖਾਈ ਦਿੰਦਾ ਏ ਸਭ ਕੁਛ। ਨਾ ਆਪਾਂ ਨੂੰ 1000 ਸਾਲ ਪਹਿਲਾਂ ਮੌਕਾ ਮਿਲਿਆ ਸੀਗਾ ਤੇ ਨਾ 1000 ਸਾਲ ਬਾਅਦ 'ਚ ਮਿਲਣ ਵਾਲਾ। ਜੋ ਮਿਲਿਆ ਏ ਹੁਣ, ਇਹ ਕਿਉਂ ਮਿਲਿਆ ਏ? ਐਸਾ ਕੀ ਕਰਨਾ ਹੈ? ਕਹਿ ਦਿੰਦੇ ਆ ਜੀਨਸ ਅੱਗੇ ਵਧਾਉਣੇ ਆ। ਕੋਈ ਛੋਟੀ ਗੱਲ ਨਹੀਂ ਹੈਗੀ। ਇਹ ਗਿਆਨ ਪਤਾ ਕਿਵੇਂ ਹਾਸਲ ਹੋਊਗਾ? ਜਦੋਂ ਤੁਸੀਂ ਸਮਰਪਣ ਕਰ ਦਿੱਤਾ, ਬਿਲਕੁਲ ਪੂਰੀ ਤਰ੍ਹਾਂ ਸਰੈਂਡਰ ਕਰ ਦਿੱਤਾ। ਕਿਸ ਨੂੰ? ਕੁਦਰਤ ਨੂੰ। ਕੁਦਰਤ ਇੱਕ ਸ਼ਬਦ ਆ, ਕੁਦਰਤ ਵੀ ਨਾ ਕਹੀਏ। ਸਭ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚੋਂ ਇੱਕ ਭਾਸ਼ਾ ਨੂੰ ਹਟਾ ਦਿਓ। ਇਹ ਸਮਝੋ ਕਿ ਮੈਨੂੰ ਕੋਈ ਭਾਸ਼ਾ ਨਹੀਂ ਆਉਂਦੀ, ਕੋਈ ਭਾਸ਼ਾ ਨਹੀਂ ਆਉਂਦੀ, ਮੈਂ ਕਿਸੇ ਚੀਜ਼ ਨੂੰ ਨਹੀਂ ਜਾਣਦਾ। ਠੀਕ ਆ? ਪਾਣੀ ਨਾ ਕਹਿ ਦਿਓ, ਪਾਣੀ ਨਾ ਧਰ ਲਿਆ, ਪਾਣੀ ਨੂੰ ਜਾਣਦੇ ਨਹੀਂ ਆਪਾਂ। ਉਹ ਕੀ ਆ? ਸਾਇੰਸ ਨੇ ਫਾਰਮੂਲਾ ਕਰ ਲਿਆ H2O, H2O। ਇਹ ਸਮਝੋ ਆਪਾਂ ਨੂੰ ਕੁਛ ਨਹੀਂ ਪਤਾ, ਬਿਲਕੁਲ ਵੀ ਕਿਸੇ ਵੀ ਚੀਜ਼ ਬਾਰੇ ਕੁਛ ਨਹੀਂ ਪਤਾ, ਕੋਈ ਭਾਸ਼ਾ ਨਹੀਂ ਆਉਂਦੀ। ਤਾਂ ਅੱਖਾਂ ਬੰਦ ਕਰਕੇ ਮਹਿਸੂਸ ਕਰੋ, 5 ਸੈਂਸਾਂ ਨੂੰ, ਆਪਦਿਆਂ ਨੂੰ 5 ਸੈਂਸਾਂ ਨੂੰ ਮਹਿਸੂਸ ਕਰੋ। ਇਹ ਲਗਾਤਾਰ ਪੰਜੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਆ, ਸਾਨੂੰ ਸਾਡੇ ਹੋਣ ਦਾ ਅਹਿਸਾਸ ਕਰਾ ਰਹੇ ਆ ਵੀ ਅਸੀਂ ਇੱਥੇ ਹੈਗੇ ਆ। ਉਸ ਤੋਂ ਬਾਅਦ ਗੱਲਾਂ ਨਹੀਂ ਕਰਨੀਆਂ ਆਪਣੇ ਦਿਮਾਗ ਦੇ ਵਿੱਚ ਕੋਈ ਵੀ ਮੈਨੂੰ ਕਿਉਂ ਆ ਰਿਹਾ, ਮੈਨੂੰ ਕਹਿ ਰਹੋ ਵੀ ਮੈਨੂੰ ਹਵਾ ਲੱਗ ਰਹੀ ਹੈ ਜਾਂ ਮੈਨੂੰ ਬੋਡੀ ਦੇ ਵਿੱਚ ਕਿਤੇ ਪੇਨ ਮਹਿਸੂਸ ਹੋ ਰਿਹਾ। ਇਹ ਚੀਜ਼ਾਂ ਨੂੰ ਬਹੁਤ ਬਰੀਕੀ ਨਾਲ ਸਮਝਣਾ ਹੁੰਦਾ ਗਾ। ਹਵਾ ਕੀ ਹੈ? ਆਪਣੀ ਬੋਡੀ ਨੂੰ ਕਿਉਂ ਇਹਦੇ ਹੋਣ ਦਾ, ਲੱਗਣ ਦਾ ਹੋਇਆ ਅਹਿਸਾਸ। ਜੇ ਲਗਾਤਾਰ ਬੈਠੇ ਆ ਤਾਂ ਆਪਾਂ ਨੂੰ ਪੇਨ ਦਾ ਅਹਿਸਾਸ ਕੀ ਹੈ? ਪੇਨ ਨਹੀਂ ਹੈਗੀ, ਸਿਰਫ ਦਿਮਾਗ ਦੇ ਅੰਦਰ ਇਹ ਚੀਜ਼ਾਂ ਘਟ ਰਹੀਆਂ। ਜਦੋਂ ਇੰਨੀ ਚੰਗੀ ਤਰ੍ਹਾਂ ਬਿਲਕੁਲ ਤੁਸੀਂ ਜ਼ੀਰੋ ਹੋ ਕੇ ਕਿਸੇ ਵੀ ਭਾਸ਼ਾ ਤੋਂ ਸਮਰਪਣ ਕਰ ਦਿੱਤਾ, ਬਿਲਕੁਲ ਕਰ ਦਿੱਤਾ। ਅੱਜ ਦੀ ਡੇਟ ਦੇ ਵਿੱਚ ਆਪਣਾ ਦਿਮਾਗ ਖਰਾਬ ਕਰ ਦਿੱਤਾ ਹੈਗਾ ਇਨਫੋਰਮੇਸ਼ਨ ਨੇ। ਭਾਸ਼ਾ ਮੇਨ ਇਹਦੇ ਵਿੱਚ ਹੈਗੀ ਆ। ਇੱਕ ਛੋਟਾ ਬੱਚਾ ਜਦੋਂ ਹੁੰਦਾ ਗਾ, ਛੋਟਾ ਬੱਚਾ ਜੋ ਮੰਨ ਲਓ ਹੁਣੇ ਪੈਦਾ ਹੋਇਆ, ਉਹ ਕੁਛ ਨਹੀਂ ਜਾਣਦਾ ਗਾ, ਕਿਸੇ ਭਾਸ਼ਾ ਨੂੰ ਨਹੀਂ ਜਾਣਦਾ, ਕਿਸੇ ਚੀਜ਼ ਨੂੰ ਨਹੀਂ ਜਾਣਦਾ। ਉਹ ਕੁਛ ਪੀਂਦਾ ਏ, ਉਹਨੂੰ ਇੱਕ ਰਸ ਮਿਲਦਾ, ਉਹਦੀ ਬੋਡੀ ਵਿਕਾਸ ਹੁੰਦਾ, ਵੱਡੀ ਹੁੰਦੀ ਆ। ਇਸ ਤਰ੍ਹਾਂ ਜ਼ੀਰੋ ਹੋ ਕੇ ਸਾਰੀਆਂ ਚੀਜ਼ਾਂ ਨੂੰ ਸਮਰਪਣ ਹੋਣਾ ਗਾ। ਆਪਾਂ ਇਸ ਤਰ੍ਹਾਂ ਜ਼ੀਰੋ ਹੋ ਕੇ ਸਮਰਪਣ ਕਰ ਦੇਣਾ ਗਾ ਬਈ ਅਸੀਂ ਵੀ ਮੈਂ ਕੁਛ ਨਹੀਂ ਹੈਗਾ। ਕਿਉਂਕਿ ਹਰ ਇੱਕ ਚੀਜ਼ ਇੱਕ ਐਟਮ ਤੋਂ ਗਣਿਤ, ਹਰ ਇੱਕ ਚੀਜ਼ ਦੇ ਵਿੱਚ ਐਟਮ ਆ, ਹਰ ਇੱਕ ਚੀਜ਼ ਦੇ ਵਿੱਚ ਪਦਾਰਥ ਦੇ ਵਿੱਚ ਐਟਮ ਆ। ਬਚਿਆ ਕੀ ਪਿੱਛੇ? ਐਨਰਜੀ ਸਾਰਾ ਕੁਝ ਯਾਦ ਰੱਖ ਰਹੀ ਆ ਜੋ ਆਪਣੇ ਬ੍ਰੇਨ ਦੇ ਅੰਦਰ ਆ,
ਜੋ ਇੱਕ ਇਲੈਕਟ੍ਰੋਨਿਕ ਸਿਗਨਲ ਦੇ ਰੂਪ ਦੇ ਵਿੱਚ ਆ, ਉਹ ਸਾਰੇ ਹੀ ਯੂਨੀਵਰਸ ਦੇ ਵਿੱਚ ਆ। ਕੀ ਜੋ એનર્ਜੀ ਇੱਕ ਹੋ ਜਾਵੇ, એનર્ਜੀ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈਗਾ, ਪ੍ਰਕਾਸ਼ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈਗਾ, ਤਾਂ ਫਿਰ ਸਾਨੂੰ ਕੀ ਨਹੀਂ ਪਤਾ ਲੱਗ ਸਕਦਾ? ਕਿਉਂ ਆਪਾਂ ਲਿਮਟਾਂ ਬਣਾਈਆਂ ਹੋਈਆਂ ਸਭ ਕਾਸੇ ਦੀਆਂ? ਆਪਾਂ ਲਿਮਿਟਲੈਸ ਆ, ਸਾਰਾ ਯੂਨੀਵਰਸ ਹੀ ਆਪਾਂ ਆਪ ਆ। ਇਹ ਵਰਤਾਰਾ ਬੜੀ ਜਲਦੀ ਸਮਝ ਆ ਜਾਊਗਾ ਜਦੋਂ ਚੰਗੀ ਤਰ੍ਹਾਂ ਸਮਰਪਣ ਕਰ ਦਿੱਤਾ। ਓਕੇ ਜੀ, ਆਈ ਹੋਪ ਕੋਈ ਆਈਡੀਆ ਸਾਨੂੰ ਲੱਗਿਆ ਹੋਵੇਗਾ ਮੈਂ ਕੀ ਗੱਲ ਕਰ ਰਿਹਾ, ਕਿਉਂ ਕਰ ਰਿਹਾ, ਇਹਦੇ ਪਿੱਛੇ ਮਕਸਦ ਕੀ ਆ। ਵੀਡੀਓ ਨੂੰ ਦੂਜੀ ਵਾਰ, ਤੀਜੀ ਵਾਰ, 10ਵੀਂ ਵਾਰ ਗੌਰ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਕੀ ਕਹਿ ਰਿਹਾ। ਤਾਂ ਇਸ ਵੀਡੀਓ ਦਾ ਪਾਰਟ 2 ਲੈ ਕੇ ਆਵਾਂਗੇ, ਜਿਸ ਦੇ ਨਾਲ ਮੈਂ ਕੋਸ਼ਿਸ਼ ਕਰੂੰਗਾ ਤੁਹਾਡੀ ਸਮਝ ਨੂੰ ਉਸ ਲੈਵਲ ਤੇ ਲੈ ਕੇ ਜਾਣ ਦੀ, ਉਹਨਾਂ ਗਹਿਰਾ ਕਰਨ ਦੀ, ਤੇ ਤੁਹਾਨੂੰ ਇਸ ਤਰ੍ਹਾਂ ਅਹਿਸਾਸ ਹੋਊਗਾ ਕਿ ਵਾਕਈ ਕੁਛ ਨਹੀਂ ਹੈ, ਕੁਛ ਵੀ ਨਹੀਂ ਹੈ, ਸਭ ਕੁਛ ਜ਼ੀਰੋ ਹੋ ਜਾਊਗਾ। ਆਪਦੇ ਹੋਣ ਦਾ ਅਹਿਸਾਸ ਵੀ ਚੱਕਿਆ ਜਾਊਗਾ। ਬਹੁਤ ਕਮਾਲ ਦੀ ਵੀਡੀਓ ਹੋਊਗੀ, ਪਾਰਟ 2। ਠੀਕ ਹੈ ਜੀ, ਫਿਲਹਾਲ ਦੇ ਲਈ ਇੰਨਾ ਹੀ। ਧੰਨਵਾਦ ਆਪਣਾ ਟਾਈਮ ਦੇਣ ਦੇ ਲਈ।